ਵਿਗਿਆਨ ਪੜ੍ਹਨ ਲਈ YouTube ਤੇ ਪ੍ਰਸਿੱਧ ਚੈਨਲ ਨੂੰ ਛੇਤੀ ਤੋਂ ਛੇਤੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਵੀਡੀਓਜ਼ ਦੀ ਇੰਟੀਮੇਸ਼ਨ ਲਈ। ਹੈਲੋ एवरीवन ਬੱਚਿਓ, ਅੱਜ ਅਸੀਂ 10th ਕਲਾਸ ਦਾ ਚੈਪਟਰ ਐਨਵਾਇਰਨਮੈਂਟ ਵਾਤਾਵਰਣ ਦੇ ਇੰਪੋਰਟੈਂਟ ਕੁਐਸਚਨ ਕਰਾਂਗੇ। ਇਸ ਵੀਡੀਓ ਨੂੰ ਸਟੂਡੈਂਟਸ ਤੁਸੀਂ ਧਿਆਨ ਨਾਲ ਦੇਖਿਓ, ਤੁਹਾਨੂੰ ਇਹ ਕੁਐਸਚਨ ਨਾਲ ਹੀ ਲਰਨ ਹੋ ਜਾਣਗੇ ਤੇ ਤੁਸੀਂ ਪੇਪਰ ਦੇ ਵਿੱਚ ਅਟੈਂਪਟ ਕਰ ਪਾਓਗੇ। ਹੁਣ ਜਿਸ ਤਰ੍ਹਾਂ ਤੁਸੀਂ ਇਹ ਇਮੇਜ ਦੇਖ ਰਹੇ ਹੋ, ਬਾਇਓਡੀਗ੍ਰੇਡੇਬਲ ਨॉन ਬਾਇਓਡੀਗ੍ਰੇਡੇਬਲ ਸਬਸਟੈਂਸਸ ਮੀਨਸ ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ ਪਦਾਰਥ। ਵਿਘਟਨਸ਼ੀਲ ਪਦਾਰਥ ਕਿਹੜੇ ਹਨ? ਪੇਪਰ, ਵੈਜੀਟੇਬਲ ਸਬਜ਼ੀਆਂ, ਕਿਚਨ ਵੇਸਟ ਸਬਜ਼ੀਆਂ ਫਲਾਂ ਦੇ ਛਿਲਕੇ। ਤੇ ਅਵਿਘਟਨਸ਼ੀਲ ਪਦਾਰਥ ਕਿਹੜੇ ਹਨ? ਪਲਾਸਟਿਕ, ਮੈਟਲ, ਬੈਟਰੀਜ਼। ਤੇ ਆਓ ਹੁਣ ਅਸੀਂ ਇਹਨੂੰ ਕੁਐਸਚਨ ਦੇਖੀਏ ਕਿ ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਹਨ। ਜੈਵ ਵਿਘਟਨਸ਼ੀਲ ਪਦਾਰਥ ਜਿਨ੍ਹਾਂ ਪਦਾਰਥਾਂ ਨੂੰ ਸੂਖਮ ਜੀਵਾਂ ਦੁਆਰਾ ਸਰਲ ਪਦਾਰਥਾਂ ਵਿੱਚ ਤੋੜਿਆ ਜਾਂਦਾ ਹੈ ਉਹਨਾਂ ਨੂੰ ਜੈਵ ਵਿਘਟਨਸ਼ੀਲ ਪਦਾਰਥ ਕਹਿੰਦੇ ਹਨ। ਉਦਾਹਰਨ ਸਬਜ਼ੀਆਂ, ਫਲਾਂ ਦੇ ਛਿਲਕੇ ਅਤੇ ਪੇਪਰ ਆਦਿ। ਬੱਚਿਓ, ਤੁਸੀਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਲਾਈਫ ਵਿੱਚ ਓਬਜ਼ਰਵ ਕੀਤਾ ਹੋਣਾ ਹੈ ਕਿ ਜਦੋਂ ਅਸੀਂ ਕਿਚਨ ਵੇਸਟ ਸਬਜ਼ੀਆਂ ਫਲਾਂ ਦੇ ਛਿਲਕੇ ਮਿੱਟੀ ਵਿੱਚ ਸੁੱਟਦੇ ਹਾਂ ਜਾਂ ਉਹ ਆਮ ਚਪਾਤੀ ਬ੍ਰੈਡ ਪਈ ਰਹਿੰਦੀ ਹੈ ਤਾਂ ਕੁਝ ਦਿਨਾਂ ਬਾਅਦ ਉਸ ਦਾ ਰੰਗ ਰੂਪ ਬਦਲ ਜਾਂਦਾ ਹੈ, ਉਹ ਅਪਘਟਿਤ ਹੋਣੇ ਸ਼ੁਰੂ ਹੋ ਜਾਂਦੇ ਹਨ, ਟੁੱਟਣੇ ਸ਼ੁਰੂ ਹੋ ਜਾਂਦੇ ਹਨ, ਫਿਰ ਉਹਨਾਂ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਕੁਝ ਹਫ਼ਤਿਆਂ ਬਾਅਦ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ, ਮਿੱਟੀ ਹੋ ਜਾਂਦੇ ਹਨ। ਮੀਨਸ ਇਹ ਵਾਲੇ ਪਦਾਰਥ ਜੈਵ ਵਿਘਟਨਸ਼ੀਲ ਪਦਾਰਥ ਉਹ ਹੁੰਦੇ ਹਨ ਜੋ ਗਲ ਸੜ ਜਾਂਦੇ ਹਨ ਅਤੇ ਮਿੱਟੀ ਬਣ ਜਾਂਦੇ ਹਨ। ਤੇ ਜੈਵ ਅਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਹਨ? ਜਿਨ੍ਹਾਂ ਪਦਾਰਥਾਂ ਨੂੰ ਸੂਖਮ ਜੀਵਾਂ ਦੁਆਰਾ ਸਰਲ ਪਦਾਰਥਾਂ ਵਿੱਚ ਨਹੀਂ ਤੋੜਿਆ ਜਾਂਦਾ ਉਹਨਾਂ ਨੂੰ ਜੈਵ ਅਵਿਘਟਨਸ਼ੀਲ ਪਦਾਰਥ ਕਹਿੰਦੇ ਹਨ। ਉਦਾਹਰਨ ਪਲਾਸਟਿਕ, ਪੋਲੀਥੀਨ। ਪਲਾਸਟਿਕ ਦੀ ਬੋਟਲ ਬੱਚਿਓ ਮਿੱਟੀ ਵਿੱਚ 5 ਸਾਲ 2 ਸਾਲ ਜਿੰਨੀ ਮਰਜ਼ੀ ਦੇਰ ਪਈ ਰਹੇ ਉਹ ਉਸੇ ਤਰ੍ਹਾਂ ਹੀ ਰਹਿੰਦੀ ਹੈ, ਉਹ ਗਲਦੀ ਸੜਦੀ ਨਹੀਂ ਹੈ, ਉਹ ਸਰਲ ਪਦਾਰਥਾਂ ਵਿੱਚ ਨਹੀਂ ਟੁੱਟਦੀ, ਉਹ ਮਿੱਟੀ ਨਾਲ ਮਿੱਟੀ ਨਹੀਂ ਹੁੰਦੀ। ਇਹ ਫਿਰ ਤੋਂ ਐਗਜ਼ਾਮਪਲਸ ਹਨ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ। ਵਾਈ ਸਮ ਸਬਸਟੈਂਸਿਸ ਆਰ ਬਾਇਓਡੀਗ੍ਰੇਡੇਬਲ ਐਂਡ ਨॉन ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਕਿਹੜੇ ਹੁੰਦੇ ਹਨ? ਦ ਸਬਸਟੈਂਸਿਸ ਵਿਚ ਕੈਨ ਬੀ ਬ੍ਰੋਕਨ ਡਾਊਨ ਬਾਏ ਦ ਮਾਈਕਰੋ ਆਰਗੈਨਿਜ਼ਮ ਇਨਟੂ ਸਿੰਪਲ ਸਬਸਟੈਂਸਿਸ ਮੀਨਸ ਜਿਹੜੇ ਗਲ ਸੜ ਜਾਂਦੇ ਹਨ, ਜਿਹੜੇ ਟੁੱਟ ਜਾਂਦੇ ਹਨ ਸਰਲ ਪਦਾਰਥਾਂ ਵਿੱਚ, ਸਿੰਪਲ ਸਬਸਟੈਂਸਿਸ ਵਿੱਚ। ਐਗਜ਼ਾਮਪਲ ਪੇਪਰ, ਵੈਜੀਟੇਬਲ ਐਂਡ ਫਰੂਟ ਪੀਲ। The substances which cannot be broken down by microorganism into simple substances are called non-biodegradable. Means ਜਿਹੜੇ ਸਰਲ ਪਦਾਰਥਾਂ ਵਿੱਚ ਨਹੀਂ ਟੁੱਟਦੇ, ਜਿਹੜੇ ਗਲਦੇ ਸੜਦੇ ਨਹੀਂ ਹਨ। Example plastic, polythene. Next, very important question, ਜੈਵਿਕ ਵਧਾਓ ਕੀ ਹੈ? ਪਰਿਸਥਿਤਿਕ ਪ੍ਰਬੰਧ ਦੇ ਭਿੰਨ ਪੱਧਰਾਂ ਉੱਤੇ ਜੈਵਿਕ ਵਧਾਓ ਦਾ ਪ੍ਰਭਾਵ ਕੀ ਵੱਖ-ਵੱਖ ਹੋਵੇਗਾ? ਹਾਂਜੀ ਬੱਚਿਓ, ਇਸ ਕੁਐਸਚਨ ਨੂੰ ਸਮਝਣ ਲਈ ਅਸੀਂ ਇਹ ਡਾਇਗਰਾਮ ਦੇਖਦੇ ਹਾਂ। ਜੈਵਿਕ ਵਧਾਓ ਮੀਨਸ ਵਾਧਾ ਹੋਣਾ ਕਿਸ ਦਾ? ਭੋਜਨ ਲੜੀ ਦੇ ਵਿੱਚ ਹਾਰਮਫੁਲ ਕੈਮੀਕਲਸ ਦਾ, ਰਸਾਇਣਾਂ ਦਾ। ਆਹ ਹੁਣ ਇੱਕ ਭੋਜਨ ਲੜੀ ਦਿਖਾਈ ਗਈ ਹੈ, ਇਸ ਦੇ ਇਹ ਵੱਖ-ਵੱਖ ਆਹਾਰੀ ਪੱਧਰ ਹਨ। ਸਭ ਤੋਂ ਹੇਠਾਂ ਹਰੀ ਰੰਗ ਦੀ ਕਾਈ ਹੈ। ਕਾਈ ਨੂੰ ਇਨਸੈਕਟ ਖਾ ਰਹੇ ਹਨ, ਕੀੜੇ ਮਕੌੜੇ। ਕੀੜੇ ਮਕੌੜਿਆਂ ਨੂੰ ਛੋਟੀ ਮੱਛੀ ਖਾ ਰਹੀ ਹੈ, ਛੋਟੀ ਮੱਛੀ ਨੂੰ ਵੱਡੀ ਮੱਛੀ, ਤੇ ਇਹ ਈਗਲ ਜਾਂ ਕੋਈ ਬਗਲਾ ਖਾ ਰਿਹਾ ਹੈ ਇਹਨਾਂ ਨੂੰ। ਇਹ ਹੈ ਰਸਾਇਣਾਂ ਦੀ ਮਾਤਰਾ ਇਹਨਾਂ ਦੇ ਸਰੀਰ ਦੇ ਅੰਦਰ। ਕਾਈ ਸਭ ਤੋਂ ਹੇਠਾਂ ਹੈ, ਕਾਈ ਦੇ ਸਰੀਰ ਦੇ ਅੰਦਰ ਰਸਾਇਣ ਦੀ ਮਾਤਰਾ। ਆਹ ਹੈ ਇਨਸੈਕਟ ਦੇ ਸਰੀਰ ਦੇ, ਇੱਕ ਕੀੜੇ ਦੇ ਅੰਦਰ ਰਸਾਇਣਾਂ ਦੀ ਮਾਤਰਾ ਇੰਨੀ ਹੈ, ਇੱਕ ਮੱਛੀ ਦੇ ਸਰੀਰ ਅੰਦਰ ਇੰਨੀ ਹੈ। ਫਿਰ ਇਹਦੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਰਸਾਇਣਾਂ ਦੀ ਮਾਤਰਾ ਜਿਵੇਂ ਜਿਵੇਂ ਅਸੀਂ ਉੱਪਰ ਜਾ ਰਹੇ ਹਾਂ ਇਹ ਰਸਾਇਣਾਂ ਦੀ ਮਾਤਰਾ ਵੱਧ ਰਹੀ ਹੈ, ਡਾਟਸ ਵੱਧ ਰਹੀਆਂ ਨੇ। ਇਸ ਦਾ ਕੀ ਕਾਰਨ ਹੈ? ਇਸ ਨੂੰ ਕਹਿੰਦੇ ਹਨ ਬਾਇਓਮੈਗਨੀਫਿਕੇਸ਼ਨ, ਜੈਵਿਕ ਵਧਾਓ। ਇਸ ਦਾ ਕੀ ਕਾਰਨ ਹੈ ਕਿ ਬੱਚੋ ਜਿਸ ਤਰ੍ਹਾਂ ਇਹ ਇਨਸੈਕਟ ਹਨ, ਇਨਸੈਕਟ ਨੇ ਖਾਧੀ ਐਲਗੀ, ਕਾਈ ਖਾਧੀ, ਕਾਈ ਵਿੱਚ ਕੈਮੀਕਲ ਸੀਗੇ, ਉਹ ਕੈਮੀਕਲ ਕੀੜੇ ਮਕੌੜੇ ਦੇ ਸਰੀਰ ਅੰਦਰ ਆ ਗਏ। ਕੀੜੇ ਮਕੌੜਿਆਂ ਨੂੰ ਇਸ ਮੱਛੀ ਨੇ ਖਾਧਾ। ਹੁਣ ਮੱਛੀ ਇੱਕ ਕੀੜੇ ਨੂੰ ਨਹੀਂ ਖਾਏਗੀ, ਬਹੁਤ ਸਾਰੇ ਕੀੜਿਆਂ ਨੂੰ ਖਾਏਗੀ
ਅਗਰ ਇੱਕ ਕੀੜੇ ਦੇ ਸਰੀਰ ਦੇ ਅੰਦਰ ਇੰਨੇ ਰਸਾਇਣ ਹਨ ਤੇ ਜਿੰਨੇ ਉਸਨੇ ਖਾਦੇ ਹਨ, ਰਸਾਇਣਾਂ ਦੀ ਮਾਤਰਾ ਮੱਛੀ ਦੇ ਸਰੀਰ ਵਿੱਚ ਵੱਧ ਜਾਏਗੀ। ਇਸੇ ਤਰ੍ਹਾਂ ਵੱਡੀ ਮੱਛੀ ਬਹੁਤ ਸਾਰੀਆਂ ਮੱਛੀਆਂ ਨੂੰ ਖਾ ਰਹੀ ਹੈ। ਇੱਕ ਮੱਛੀ ਦੇ ਸਰੀਰ ਅੰਦਰ ਰਸਾਇਣਾਂ ਦੀ ਮਾਤਰਾ ਇੰਨੀ ਹੈ, ਜਦੋਂ ਜ਼ਿਆਦਾ ਮੱਛੀਆਂ ਖਾਏਗੀ ਵੱਡੀ ਮੱਛੀ ਤੇ ਉਹਦੇ ਸਰੀਰ ਅੰਦਰ ਓਬਵੀਅਸਲੀ ਮਾਤਰਾ ਕੈਮੀਕਲਸ ਦੀ ਵੱਧ ਜਾਏਗੀ। ਇਸੇ ਤਰ੍ਹਾਂ ਹੀ ਜਿਹੜਾ ਸਭ ਤੋਂ ਉੱਪਰ ਐਨੀਮਲ ਹੋਏਗਾ, ਜੀਵ ਹੋਏਗਾ, ਉਸਦੇ ਸਰੀਰ ਅੰਦਰ ਰਸਾਇਣਾਂ ਦੀ ਮਾਤਰਾ, ਹਾਰਮਫੁਲ ਕੈਮੀਕਲਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੋਏਗੀ। ਸੋ ਜੈਵਿਕ ਵਧਾਓ ਕੀ ਹੈ? ਜਿਵੇਂ ਜਿਵੇਂ ਭੋਜਨ ਲੜੀ ਦੇ ਅਸੀਂ ਉੱਪਰ ਵੱਲ ਵੱਧਦੇ ਹਾਂ, ਜੀਵਾਂ ਦੇ ਸਰੀਰ ਵਿੱਚ ਹਾਨੀਕਾਰਕ ਰਸਾਇਣਾਂ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ। ਮੀਨਸ ਭੋਜਨ ਲੜੀ ਦੇ ਜਦੋਂ ਜਿਵੇਂ ਜਿਵੇਂ ਅਸੀਂ ਟੌਪ ਵੱਲ ਜਾਂਦੇ ਹਾਂ, ਰਸਾਇਣਾਂ ਦੀ ਮਾਤਰਾ, ਹਾਨੀਕਾਰਕ ਰਸਾਇਣਾਂ ਦੀ ਮਾਤਰਾ ਵੱਧਦੀ ਜਾਂਦੀ ਹੈ ਅਤੇ ਜਿਹੜਾ ਸਿਖਰ 'ਤੇ ਜੀਵ ਹੋਏਗਾ ਉਸ ਦੇ ਸਰੀਰ ਅੰਦਰ ਰਸਾਇਣਾਂ ਦੀ ਮਾਤਰਾ ਸਭ ਤੋਂ ਜ਼ਿਆਦਾ ਹੋਏਗੀ। ਇਸ ਨੂੰ ਜੈਵਿਕ ਵਧਾਓ ਕਹਿੰਦੇ ਹਨ। ਅਤੇ ਇਸ ਦਾ ਕੀ ਪ੍ਰਭਾਵ ਪਏਗਾ ਪਰਿਸਥਿਤਿਕ ਪ੍ਰਬੰਧ ਦੇ ਭਿੰਨ ਭਿੰਨ ਪੱਧਰਾਂ ਉੱਤੇ? ਭਿੰਨ ਭਿੰਨ ਪੱਧਰਾਂ ਉੱਤੇ ਜੈਵਿਕ ਵਧਾਓ ਦਾ ਪ੍ਰਭਾਵ ਵੱਖ ਵੱਖ ਹੋਏਗਾ ਅਤੇ ਜਿਵੇਂ ਜਿਵੇਂ ਆਹਾਰੀ ਪੱਧਰ ਵੱਧਦਾ ਹੈ, ਜੈਵਿਕ ਵਧਾਓ ਵੀ ਵੱਧਦਾ ਹੈ। ਇਸ ਦੀ ਐਗਜ਼ਾਮਪਲ ਵਿੱਚ ਅਸੀਂ ਕੀਤੀ ਸੀ DDT ਦਾ ਪੱਧਰ ਜਿਵੇਂ ਜਿਵੇਂ ਅਸੀਂ ਫੂਡ ਚੇਨ ਦੇ ਉੱਪਰ ਵੱਲ ਜਾਂਦੇ ਹਾਂ, DDT ਕੈਮੀਕਲ ਦਾ ਜਿਹੜਾ ਅਮਾਊਂਟ ਹੈ ਉਹ ਵੱਧਦੀ ਜਾਂਦੀ ਹੈ। ਦੈਨ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ ਵਟ ਇਜ਼ ਬਾਇਓਮੈਗਨੀਫਿਕੇਸ਼ਨ? ਵਿਲ ਦਾ ਲੈਵਲ ਆਫ ਦਿਸ ਮੈਗਨੀਫਿਕੇਸ਼ਨ ਬੀ ਡਿਫਰੈਂਟ ਐਟ ਡਿਫਰੈਂਟ ਲੈਵਲਸ ਆਫ ਦ ਈਕੋਸਿਸਟਮ? Increase in concentration of harmful chemicals in the body of organism at each trophic level is called biomagnification. Magnification means vadna, vada hona. As we move higher in the trophic level, concentration of harmful chemical substances increases. ਹੁਣ ਨੈਕਸਟ ਕੁਐਸਚਨ ਹੈ ਬੱਚਿਓ, ਜੈਵ ਵਿਘਟਨਸ਼ੀਲ ਪਦਾਰਥ। ਅਸੀਂ ਹੁਣੇ ਕੀਤੇ ਹੈ ਜੈਵ ਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਹਨ? ਫਲਾਂ ਸਬਜ਼ੀਆਂ ਦੇ ਛਿਲਕੇ, ਪੇਪਰ। ਇਹ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਹਾਊ ਬਾਇਓਡੀਗ੍ਰੇਡੇਬਲ ਸਬਸਟੈਂਸਸ ਅਫੈਕਟ ਦਾ ਐਨਵਾਇਰਮੈਂਟ। ਇਹ ਬਦਬੂ ਅਤੇ ਗੰਦਗੀ ਫੈਲਾਉਂਦੇ ਹਨ। ਅਗਰ ਅਸੀਂ ਇਹਨਾਂ ਦੀ ਪ੍ਰੋਪਰ ਟਰੀਟਮੈਂਟ ਨਹੀਂ ਕਰਾਂਗੇ, ਜਿੱਥੇ ਮਰਜ਼ੀ ਸੁੱਟੀ ਜਾਵਾਂਗੇ ਫਲਾਂ ਸਬਜ਼ੀਆਂ ਦੇ ਛਿਲਕੇ, ਬਦਬੂ ਫੈਲੇਗੀ, ਗੰਦਗੀ ਫੈਲੇਗੀ। ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ, ਇਹ ਵਾਤਾਵਰਣ ਨੂੰ ਸਾਫ਼ ਕਰਦੇ ਹਨ। ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ they produce foul smell, they increase the fertility of the soil and clean the environment. ਨੈਕਸਟ ਕੁਐਸਚਨ ਹੈ ਜੈਵ ਅਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਹਨ? ਜੈਵ ਅਵਿਘਟਨਸ਼ੀਲ ਪਦਾਰਥ ਸੋਚੋ, ਪਲਾਸਟਿਕ, ਪੋਲੀਥੀਨ। ਠੀਕ ਹੈ, ਇਹ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਹਾਊ ਨੋਨ ਬਾਇਓਡੀਗ੍ਰੇਡੇਬਲ ਸਬਸਟੈਂਸਸ ਅਫੈਕਟ ਦਾ ਐਨਵਾਇਰਮੈਂਟ। ਜਾਂ ਇਸ ਕੁਐਸਚਨ ਦੀ ਦੂਸਰੀ ਫਾਰਮ ਦੇਖੋ, ਸਾਡੇ ਦੁਆਰਾ ਪੈਦਾ ਜੈਵ ਅਵਿਘਟਨਸ਼ੀਲ ਕਚਰੇ ਤੋਂ ਕਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ? ਇਹਨਾਂ ਦੋਨਾਂ ਦਾ ਆਨਸਰ ਸੇਮ ਹੈ ਕਿ ਅਵਿਘਟਨਸ਼ੀਲ ਜਿਹੜਾ ਕਚਰਾ ਹੈ ਉਹ ਕੀ ਕਰਦਾ ਹੈ? ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਮਿੱਟੀ ਦਾ ਪ੍ਰਦੂਸ਼ਣ ਕਰਦੇ ਹਨ। ਇਹ ਜੈਵਿਕ ਵਧਾਓ ਕਰਦੇ ਹਨ। ਦੇ ਕਾਜ਼ ਪੋਲਿਊਸ਼ਨ ਇਨ ਦਾ ਐਨਵਾਇਰਮੈਂਟ, ਦੇ ਕਾਜ਼ ਬਾਇਓਮੈਗਨੀਫਿਕੇਸ਼ਨ। ਬਾਇਓਮੈਗਨੀਫਿਕੇਸ਼ਨ ਅਸੀਂ ਹੁਣੇ ਸਮਝਿਆ ਹੈ। ਅਗਲਾ ਨੈਕਸਟ ਕੁਐਸਚਨ ਹੈ, ਜੇਕਰ ਸਾਡੇ ਦੁਆਰਾ ਪੈਦਾ ਸਾਰਾ ਕਚਰਾ ਜੈਵ ਵਿਘਟਨਸ਼ੀਲ ਹੋਵੇ ਤਾਂ ਇਸ ਦਾ ਵਾਤਾਵਰਣ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਫ ਆਲ ਦਾ ਵੇਸਟ ਵੀ ਜਨਰੇਟ ਇਜ਼ ਬਾਇਓਡੀਗ੍ਰੇਡੇਬਲ, ਵਿਲ ਦਿਸ ਹੈਵ ਨੋ ਇੰਪੈਕਟ ਔਨ ਦਾ ਐਨਵਾਇਰਮੈਂਟ? ਇਸ ਦਾ ਆਨਸਰ ਹੈ ਕਿ ਜੇਕਰ ਸਾਰਾ ਕਚਰਾ ਜੈਵ ਵਿਘਟਨਸ਼ੀਲ ਹੋਵੇਗਾ ਅਤੇ ਅਗਰ ਉਸ ਦਾ ਨਿਪਟਾਰਾ ਸਹੀ ਨਹੀਂ ਹੋਏਗਾ, ਥਾਂ ਥਾਂ 'ਤੇ ਸੁੱਟਿਆ ਹੋਏਗਾ, ਉਸਨੂੰ ਚੰਗੀ ਤਰ੍ਹਾਂ ਟਰੀਟਮੈਂਟ ਨਹੀਂ ਕੀਤੀ ਹੋਏਗੀ, ਉਹਦੀ ਮੈਨੇਜ ਨਹੀਂ ਕੀਤਾ ਹੋਏਗਾ, ਉਸ ਤੋਂ ਖਾਦ ਨਹੀਂ ਬਣਾਈ ਜਾਏਗੀ, ਤਾਂ ਇਸ ਦਾ ਵਾਤਾਵਰਣ 'ਤੇ ਬੁਰਾ ਪ੍ਰਭਾਵ ਪਏਗਾ। ਕਿਸ ਤਰ੍ਹਾਂ? ਇਹ ਪਦਾਰਥ ਬਦਬੂ ਫੈਲਾਉਂਦੇ ਹਨ, ਗੰਦਗੀ ਫੈਲਾਉਂਦੇ ਹਨ, ਇਹ ਮੱਛਰ ਮੱਖੀਆਂ ਦਾ ਵਾਧਾ ਕਰਦੇ ਹਨ। ਇਫ ਬਾਇਓਡੀਗ੍ਰੇਡੇਬਲ ਵੇਸਟ ਇਜ਼ ਨਾਟ ਟਰੀਟਡ ਪ੍ਰੋਪਰਲੀ, it will have bad impact on the environment. They cause foul smell. They are the breeding place for the mosquitoes and flies. ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨਸ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।